ਵਾਹਿਗੁਰੂ ਸਾਹਿਬ ਜੀਓ। ਧੰਨਵਾਦ ਗੁਰੂ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। मैं क्या मांगूं किश थिर ना रहाई, हार दीजै नाम प्यारी जियो। घट घट रव रखिया बनवारी, जल थल मखियल गुप्तो वरतै, गुर शब्दी देख निहारी जियो। परम सन्मानयोग दीन दुनिया दे पातशाह सतगुरु धन धन श्री गुरु ग्रंथ साहिब सच्चे पातशाह जी महाराज तिन्हां दी पावन पवित्र हजूरी अंदर सुभाईमान सतगुरु जी दे चरनां दे नाल साजी अते निवाजी होई साहिब जी दा सुंदर स्वरूप गुरु खालसा साध संगत जीओ। हजूर दी रब्बी रहमत दे महान पात्र हो। पावन दीवाना दियां हाजरियां भरदियां होया बड़ी भावना और शरधा दे नाल सतगुरु जी दे चरण परसे हन। सतगुरु जी दे दर घर दे हजूरी कीर्तनियां पासों रस भिन्ने बोलां दे विच रब्बी बाणी दा मनोहर कीर्तन सरवण कीता है। सतगुरु मेहरबान होवन आओ, दातार पिता दे दरों घरों बख्शी हुई विचारधारा इतिहास दे नाल जुड़न दा यतन करिए। सारी संगत प्यार विच भिज के असीस दी दात बख्शिश करो। दोनों हाथ जोड़ लवाओ हाजरी, गुरु बख्शी फतेह प्रवान करो। आखो जी वाहिगुरु जी का खालसा वाहिगुरु जी की फतेह। धन धन बाबा फरीद साहिब जी महाराज तिन्हां दी पावन बाणी विचों भाई साहब जी 130 नंबर सलोक दा कीर्तन कर रहे सन। हर भावना वाला गुरसिख इन्हां बचनां नूं अक्सर ही गाउंदा है, विचारदा है। फरीदा काले महंडे कपड़े काला मैंडा वेस, गुनही भरिया मैं फिरां लोक कह दरवेश। धर्म की दुनिया
ਤੇ ਸੰਸਾਰ ਦੀ ਦੁਨੀਆ ਵੱਖੋ ਵੱਖਰੀ ਹੈ। ਸੰਸਾਰ ਦੀ ਦੁਨੀਆ ਦੇ ਵਿੱਚ ਬਾਹਰਲੀ ਜਿਹੜਾ ਸਰੂਪ ਹੈ ਨਾ, ਇਹ ਪ੍ਰਧਾਨ ਹੈ। ਬਾਹਰਲੀ ਦੇਖ ਰੇਖ, ਬਾਹਰ ਦੀ ਬੋਲ ਬਾਣੀ, ਬਾਹਰ ਦਾ ਕਰਮ, ਅਕਸਰ ਬੰਦਾ ਬਾਹਰਲੀ ਦਿੱਖ ਜੋ ਅਸੀਂ ਦਿਸਦੇ ਹਾਂ ਨਾ, ਸੰਸਾਰ ਇਹਦੇ ਤੋਂ ਪ੍ਰਭਾਵਿਤ ਹੁੰਦਾ ਹੈ। ਪਰ ਧਰਮ ਦੀ ਦੁਨੀਆ ਵਿੱਚ ਐਸਾ ਨਹੀਂ ਹੈ। ਜਾਂ ਇੰਜ ਕਹਿ ਲਈਏ, ਸੰਸਾਰ ਦਾ ਜਿਹੜਾ ਰਸਤਾ ਹੈ ਉਹ ਜਨਮ ਤੋਂ ਸ਼ੁਰੂ ਹੁੰਦਾ ਹੈ ਤੇ ਮੌਤ ਤੇ ਆ ਕੇ ਮੁੱਕ ਜਾਂਦਾ ਹੈ। ਪਰ ਧਰਮ ਦੀ ਦੁਨੀਆ ਵਿੱਚ ਮੌਤ ਤੋਂ ਸ਼ੁਰੂ ਹੁੰਦਾ ਹੈ ਤੇ ਜਨਮ ਤੇ ਜਾ ਕੇ ਮਿਟਦਾ ਹੈ। ਹਰ ਬੰਦਾ ਇਹ ਗੱਲ ਸੋਚੇਗਾ ਵੀ ਇਹ ਕਿਵੇਂ ਹੋ ਸਕਦਾ ਹੈ। ਜਨਮ ਤੋਂ ਜ਼ਿੰਦਗੀ ਲਾਈਫ ਸ਼ੁਰੂ ਹੈ, ਡੈਥ ਤੇ ਜਾ ਕੇ ਮੁੱਕ ਜਾਏ, ਮੌਤ ਤੇ ਮੁੱਕ ਜਾਏ ਤੇ ਗੱਲ ਜੱਚਦੀ ਹੈ। ਪਰ ਮੌਤ ਤੋਂ ਸ਼ੁਰੂ ਹੋ ਕੇ ਜਨਮ ਤੇ ਜਾ ਕੇ ਮੁੱਕ ਜਾਏ, ਇਹ ਗੱਲ ਕਿਵੇਂ ਹੋਏਗੀ? ਧਰਮ ਇਹੀ ਕੁਝ ਸਿਖਾਉਂਦਾ ਹੈ। ਥੋੜਾ ਜਿਹਾ ਬਚਨਾਂ ਵੱਲ ਫਿਰ ਧਿਆਨ ਦਿਓ। ਅਸੀਂ ਜਿੰਨੇ ਕੁ ਬੈਠੇ ਹਾਂ, ਹਰ ਬੰਦੇ ਦੀ ਕਹਾਣੀ ਹੈ। ਜੋ ਅਸੀਂ ਦਿਸ ਰਹੇ ਹਾਂ, ਧਿਆਨ ਦੇਣਾ, ਅਸਲ ਵਿੱਚ ਉਹ ਅਸੀਂ ਹੈ ਨਹੀਂ। ਜੋ ਅਸੀਂ ਹਾਂ ਉਹ ਅਸੀਂ ਕਦੇ ਦਿਸਣਾ ਨਹੀਂ ਚਾਹੁੰਦੇ। ਇਹ ਹਰ ਬੰਦੇ ਦੀ ਕਹਾਣੀ ਹੈ, ਭਾਵੇਂ ਉਹ ਸੰਸਾਰੀ ਹੋਵੇ, ਭਾਵੇਂ ਰਾਜਨੀਤਿਕ ਹੋਵੇ, ਭਾਵੇਂ ਵਪਾਰੀ ਹੋਵੇ। ਔਰ ਬੰਦਾ ਇਹੀ ਸੋਚਦਾ ਵੀ ਜਿਵੇਂ ਸੰਸਾਰ ਦੇ ਵਿੱਚ ਪ੍ਰਵਾਨ ਹੋ ਜਾਈਦਾ, ਸ਼ਾਇਦ ਗੁਰੂ ਦੇ ਸਾਹਮਣੇ ਵੀ ਇਦਾਂ ਹੀ ਪ੍ਰਵਾਨ ਹੋ ਜਾਵਾਂ। ਮਹਾਰਾਜ ਕਹਿੰਦੇ ਆ, ਸੰਸਾਰ ਵਿੱਚ ਝੂਠ, ਫਰੇਬ, ਠੱਗੀ ਚੱਲ ਸਕਦਾ ਹੈ, ਪਰ ਜੇ ਬੰਦਾ ਕਹੇ ਮੈਂ ਉਸੇ ਤਕੜੀ ਦੇ ਵਿੱਚ, ਉਸੇ ਤਰਾਜ਼ੂ ਵਿੱਚ ਗੁਰੂ ਨੂੰ ਵੀ ਤੋਲ ਲਵਾਂ, ਤੇ ਇਹ ਸਾਡਾ ਭੁਲੇਖ ਹੈ। ਹੋਰ ਬਚਨ ਨੂੰ ਸੌਖਾ ਕਵਾਂ, ਜਿਹੜਾ ਮੈਲਾ ਪੱਖ ਹੈ ਨਾ, ਮੈਲੀ ਚੀਜ਼ ਅਸਲ ਵਿੱਚ ਕਿਤੇ ਵੀ ਪ੍ਰਵਾਨ ਨਹੀਂ ਹੁੰਦੀ। ਕੱਪੜਾ ਮੈਲਾ ਹੋ ਜਾਏ, ਉਹਨੂੰ ਕੋਈ ਤਨ ਤੇ ਪਹਿਨਦਾ ਨਹੀਂ। ਭਾਂਡਾ ਮੈਲਾ ਹੋ ਜਾਏ, ਝੂਠੇ ਭਾਂਡਿਆਂ ਦੇ ਵਿੱਚ ਕੋਈ ਪ੍ਰਸ਼ਾਦਾ ਨਹੀਂ ਛਕਦਾ। ਘਰ ਦੇ ਵਿੱਚ ਵਸਤਰ ਮੈਲੇ ਹੋ ਜਾਣ, ਅਕਸਰ ਇਹ ਹੁੰਦਾ ਵੀ ਸਾਫ਼ ਕਰਕੇ ਹੀ ਇਹਨਾਂ ਨੂੰ ਦੁਆਰਾ ਵਿਛਾਇਆ ਜਾਏ, ਇਹਨਾਂ ਤੋਂ ਕੰਮ ਲਿਆ ਜਾਏ। ਜਿਸ ਮਾਲਕ ਦੇ ਦਰ ਤੇ ਬੈਠੇ ਆ, ਉਹ ਮਾਲਕ ਅੰਮ੍ਰਿਤ ਸਰੋਵਰ ਵਰਗਾ ਹੈ। ਔਰ ਅੰਮ੍ਰਿਤ ਸਰੋਵਰ ਦੇ ਵਿੱਚ ਜੇ ਕੋਈ ਬੰਦਾ ਇਹ ਕਹੇ ਜ਼ਹਿਰ ਬਣ ਕੇ ਪ੍ਰਵਾਨ ਹੋ ਜਾਵਾਂ, ਤੇ ਮਾਲਕ ਆਂਦੇ ਆ ਨਹੀਂ। ਇਸ ਲਈ ਸਤਿਗੁਰੂ ਦੇ ਸਨਮੁਖ ਜਦੋਂ ਪਹਿਲਾ ਕਰਮ, ਸਾਡਾ ਪਹਿਲਾ ਸਟੈਪ ਜਿਹੜਾ ਹੈ, ਉਹ ਕੀ ਹੈ ਭਲਾ? ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ। ਮੱਥਾ ਟੇਕਣ ਲੱਗਿਆਂ ਵੀ ਮਹਾਰਾਜ ਇੱਕ ਬਚਨ ਕਹਿੰਦੇ ਐ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਧਾਰ ਤਰਾਜੂ ਤੋਲੀਐ ਨਿਵੇਂ, ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਹੇ। ਸੀਸ ਨਿਵਾਇਐ ਕਿਆ ਥੀਐ, ਜਰਿਦੇ ਕਸੁੱਦੇ ਜਾਏ। ਮੇਰਾ ਮੱਥਾ ਟੇਕਣਾ, ਮੇਰੇ ਚਿੱਟੇ ਕੱਪੜੇ ਪਾਉਣੇ, ਬਾਹਰੀ ਤੌਰ ਤੇ ਧਰਮ ਦੀਆਂ ਗੱਲਾਂ ਕਰਨੀਆਂ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਪ੍ਰਵਾਨ ਨਹੀਂ ਹੈ। ਕਾਰਨ, ਜਿੰਨਾ ਚਿਰ ਜੀਵਨ, ਜਿੰਨਾ ਚਿਰ ਸਾਡੀਆਂ ਵਿਚਾਰਾਂ ਜਿਹੜੀਆਂ, ਸਾਡੀ ਸੋਚ ਦੇ ਵਿੱਚ ਮੈਲ ਹੈ, ਉਹਨਾਂ ਚਿਰ ਇਸ ਦਰ ਤੇ ਕੋਈ ਬੰਦਾ ਪ੍ਰਵਾਨ ਨਹੀਂ ਹੋਇਆ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਦੀਵਾਨ ਨੇ। ਔਰ ਕੋਸ਼ਿਸ਼ ਆਪਣੀ ਇਹਨਾਂ ਸਾਰੇ ਦੀਵਾਨਾਂ 'ਚ ਇਹੀ ਰਹੇਗੀ
ਜਿਹੜਾ ਵੀ ਸ਼ਬਦ ਭਾਈ ਸਾਹਿਬ ਗਾਇਨ ਕਰਨਗੇ ਆਪਾਂ ਥੋੜੇ ਅੱਖਰੀ ਅਰਥਾਂ ਤੋਂ ਲੈ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੀ ਵਿਚਾਰਧਾਰਾ ਵਿੱਚੋਂ ਕੁਝ ਨਾ ਕੁਝ ਸਿੱਖਣ ਦਾ ਯਤਨ ਜ਼ਰੂਰ ਕਰਾਂਗੇ। ਪਾਵਨ ਬੋਲਾਂ ਨੂੰ ਫਿਰ ਦੁਹਰਾਵਾਂ। ਭਗਤ ਬਾਬਾ ਫਰੀਦ ਮਹਾਰਾਜ ਕਹਿੰਦੇ ਆ, ਕਾਲੇ ਮੈਂਡੇ ਕੱਪੜੇ, ਤਨ ਤੇ ਜਿਹੜਾ ਲਿਬਾਸ ਹੈ ਉਹ ਦਰਵੇਸ਼ੀ ਵਾਲਾ ਪਾਇਆ, ਬਾਹਰੀ ਤੌਰ ਤੇ ਕਾਲੇ ਵਸਤਰ ਪਾ ਲੈ। ਧਿਆਨ ਦੇਣਾ, ਕੁਝ ਰੰਗਾਂ ਦਾ ਧਰਮ ਨੇ ਜ਼ਿਕਰ ਕੀਤਾ ਹੈ। ਜਿਹੜਾ ਚਿੱਟਾ ਰੰਗ ਹੈ ਉਹਨੂੰ ਧਰਮ ਦਾ ਰੰਗ ਕਿਹਾ ਜਾਂਦਾ ਹੈ। ਜਪਜੀ ਬਾਣੀ ਕਹਿੰਦੀ ਹੈ, ਧੌਲ ਧਰਮ ਦਇਆ ਕਾ ਪੂਤ। ਧਰਮ ਦਾ ਰੰਗ ਜਿਹੜਾ ਚਿੱਟਾ ਹੈ, ਤੇ ਇਹ ਧਿਆਨ ਦੇਣਾ, ਜਿਸ ਬੰਦੇ ਦੀ ਚਿੱਟੇ ਰੰਗ ਵੱਲ ਖਿੱਚ ਹੋਏਗੀ ਨਾ, ਉਹਦੇ ਅੰਦਰ ਕਿਤੇ ਨਾ ਕਿਤੇ ਧਰਮ ਦਾ ਅੰਸ਼, ਧਰਮ ਦਾ ਕਿਤੇ ਨਾ ਕਿਤੇ ਬੀਜ ਹੈ। ਗੁਰਪ੍ਰਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਅਕਸਰ ਉਹਨਾਂ ਦੀ ਵਿਚਾਰ ਆਪ ਜੀ ਨੇ ਵੀ ਸੁਣੀ ਹੋਏਗੀ। ਗੁਰਮੁਖ ਪਿਆਰੇ ਬੈਠੇ ਆ ਜਿਨ੍ਹਾਂ ਸੰਗਤ ਵੀ ਮਾਣੀ ਹੈ। ਉਹਨਾਂ ਦੀ ਬੜੀ ਪਿਆਰੀ ਇੱਕ ਪੁਸਤਕ ਹੈ, ਗੁਰੂ ਜੋਤੀ। ਇਹ ਉਹਦੇ ਲਫ਼ਜ਼ ਨੇ ਉਸ ਕਿਤਾਬ ਦੇ ਜਿਹੜੇ ਮੈਂ ਸਾਂਝਾ ਕਰ ਰਿਹਾ। ਪੀਲਾ ਰੰਗ ਪੀਤੰਬਰ, ਰੱਬੀ ਬਾਣੀ ਦਾ ਬੋਲ ਹੈ। ਪੀਤੰਬਰ ਭਾਵ ਪਰਮ ਪਿਤਾ ਪਰਮਾਤਮਾ ਨੂੰ ਪੀਲੇ ਰੰਗ ਨਾਲ ਵੀ ਤਸ਼ਬੀਹ ਦਿੱਤੀ ਹੈ। ਜਿਹਦੀ ਪੀਲੇ ਰੰਗ ਵੱਲ ਖਿੱਚ ਹੈ ਉਹਨੂੰ ਨਾਮ ਦਾ ਰੰਗ ਕਿਹਾ ਹੈ। ਮਾਲਕ ਦੇ ਚਰਨਾਂ ਨਾਲ ਜੁੜਨ ਦੀ ਘਾਟ ਦਾ ਜਿਹੜਾ ਬਿਲਕੁਲ ਰੰਗਿਆ ਗਿਆ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ। ਧਿਆਨ ਦੇਣਾ, ਮੈਂ ਇਕੱਲੀ ਬਾਹਰੀ ਦਿੱਖ ਦੀ ਗੱਲ ਨਹੀਂ ਕਰ ਰਿਹਾ, ਕਿਤੇ ਅੰਦਰੂਨੀ ਤੌਰ ਤੇ ਸਾਡੇ ਅੰਦਰ ਇਹ ਖਿੱਚ ਬਣ ਜਾਏ। ਇਵੇਂ ਜਿਹੜਾ ਕਾਲਾ ਰੰਗ ਹੈ ਇਹਨੂੰ ਰੋਸ ਦਾ ਰੰਗ ਕਿਹਾ ਜਾਂਦਾ ਹੈ। ਅੰਦਰ ਰੋਸ ਹੋਵੇ ਕਿਸੇ ਦੇ ਪ੍ਰਤੀ, ਅਕਸਰ ਲੋਕ ਕਾਲਾ ਕੱਪੜਾ ਪਹਿਨਦੇ ਸਨ। ਮੁਸਲਮਾਨ ਧਰਮ ਦੇ ਵਿੱਚ ਦਰਵੇਸ਼ੀ ਬਾਣਾ ਜਦੋਂ ਕਾਲਾ ਲੋਕ ਪਹਿਨਦੇ ਨਾ, ਧਰਮਾਂ ਦੀ ਆਪੋ ਆਪਣੀ ਗੱਲ ਹੈ, ਉਹਨਾਂ ਕਾਲੇ ਰੰਗ ਨੂੰ ਤਸ਼ਬੀਹ ਦਿੱਤੀ ਹੈ ਫਨਾਹ ਹੋ ਜਾਣਾ, ਇੱਕ ਨਾ ਇੱਕ ਦਿਨ ਮੁੱਕ ਜਾਣਾ। ਜ਼ਿੰਦਗੀ ਨੂੰ ਇਹ ਗੱਲ ਚੇਤੇ ਰਹੇ ਕਿ ਆਹ ਜਿਹੜਾ ਰੰਗ ਹੈ ਕਾਲਾ, ਇੱਕ ਨਾ ਇੱਕ ਦਿਨ ਇਸ ਸਰੀਰ ਨੇ ਮੁੱਕਣਾ ਹੈ। ਮਹਾਰਾਜ ਕਹਿੰਦੇ ਆ, ਬਾਹਰੀ ਤੌਰ ਤੇ ਦਰਵੇਸ਼ੀ ਬਾਣਾ ਪਾ ਲਿਆ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਸਾਰੇ ਸਰੀਰ ਦੀ ਵੇਸ ਭੂਸ਼ਾ, ਦਸਤਾਰ, ਗਲ ਵਿੱਚ ਕਫਨੀ, ਤਨ ਤੇ ਜਿਹੜਾ ਲਿਬਾਸ, ਹਰ ਤਰ੍ਹਾਂ ਦਾ ਭਗਤ ਜੀ ਕਹਿੰਦੇ ਆ ਕਾਲਾ ਆ। ਮਹਾਰਾਜ ਕਹਿੰਦੇ ਇਹ ਕੁਝ ਵੇਖ ਕੇ, ਬਾਹਰੀ ਤੌਰ ਤੇ ਵੇਖ ਕੇ ਲੋਕਾਂ ਇੱਕ ਅੰਦਾਜ਼ਾ ਲਾਇਆ। ਅੰਦਾਜ਼ਾ ਕੀ ਹੈ? ਇਹ ਬੰਦਾ ਦਰਵੇਸ਼ ਹੈ। ਪਰ ਸਤਿਗੁਰੂ ਕਹਿੰਦੇ ਆ, ਮੈਂ ਦਰਵੇਸ਼ ਨਹੀਂ ਹਾਂ। ਹਾਂ ਕੀ ਗੁਨਾਹੀ ਭਰਿਆ ਮੈਂ ਫਿਰਾਂ, ਮੈਂ ਤੇ ਬਹੁਤ ਜ਼ਿਆਦੇ ਗੁਨਾਹਾਂ ਦੇ ਨਾਲ ਭਰਿਆ ਹੋਇਆ। ਅੱਜ ਸਤਿਗੁਰੂ ਦੇ ਚਰਨਾਂ 'ਚ ਬੈਠੇ ਹੋ, ਸਾਰੀ ਸੰਗਤ ਇੱਕ ਇਹ ਅਰਦਾਸ ਜ਼ਰੂਰ ਕਰਿਓ, ਮਹਾਰਾਜ ਮੈਨੂੰ ਮੇਰੇ ਗੁਨਾਹ ਵੇਖਣੇ ਆ ਜਾ। ਇੱਕ ਵਾਰੀ ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਦੂਜਿਆਂ ਦੇ ਗੁਨਾਹ ਹਰ ਕੋਈ ਵੇਖਦਾ ਹੈ, ਹਰ ਬੰਦਾ ਦੂਜੇ ਦੇ ਗੁਨਾਹ ਵੇਖਦਾ ਹੈ। ਕਿਸੇ ਦੀ ਗੱਲ ਕਿਸੇ ਕੋਲੋਂ ਸੁਣ ਵੀ ਲਈ ਜਾਏ ਨਾ, ਬੰਦਾ ਤਾਂ ਵੀ ਵਿਸ਼ਵਾਸ ਕਰਦਾ ਹੈ ਕਿ ਇਹ ਗੁਨਾਹਗਾਰ ਹੈ। ਬੰਦਾ ਮਿੰਟ ਲਾਉਂਦਾ ਕਿਸੇ ਤੇ ਮੋਹਰ ਲਾਉਣੀ ਹੋਵੇ ਗੁਨਾਹਗਾਰਾਂ ਦੀ। ਪਰ ਮਹਾਰਾਜ ਕਹਿੰਦੇ ਆ, ਦੂਜਿਆਂ ਦੇ ਗੁਨਾਹ ਫਰੋਲਣ ਵਾਲਿਆ, ਇੱਕ ਵਾਰੀ ਆਪਣੀ ਜ਼ਿੰਦਗੀ ਨੂੰ ਜ਼ਰੂਰ ਫਰੋਲ ਕੇ ਵੇਖੀ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਜੇ ਤੂੰ ਬਹੁਤ ਬਾਰੀਕ ਬੁੱਧ ਦਾ ਮਾਲਕ ਹੈ, ਜੇ ਤੂੰ ਚੰਗੀ ਉੱਚੀ ਸੋਚ ਵਿਚਾਰਧਾਰਾ ਦਾ ਮਾਲਕ ਹੈ,
ਕਾਲੇ ਲੇਖ ਨਾ ਲੇਖ, ਐਸੇ ਲੇਖ ਜ਼ਿੰਦਗੀ ਵਿੱਚ ਕਦੀ ਨਾ ਲਿਖੀ ਜਿਨ੍ਹਾਂ ਲੇਖਾਂ ਦਾ ਤੈਨੂੰ ਖੁਦ ਨੂੰ ਲੇਖਾ ਦੇਣਾ ਪੈ ਜਾਏ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਤੂੰ ਆਪਨੜੇ ਗਿਰੀਵਾਨ ਦੇ ਵਿੱਚ ਝਾਕ, ਮੇਰੀ ਜ਼ਿੰਦਗੀ ਕਿੰਨੀ ਕੁ ਮੈਲੀ ਹੈ। ਪਰ ਅਸਲ ਦੇ ਵਿੱਚ ਯਾਦ ਰੱਖਿਓ, ਜਦੋਂ ਕੋਈ ਸਤਿਗੁਰੂ ਦਾ ਹੁੰਦਾ ਨਾ, ਜੀਵਨ ਦੀ ਸਮਝ ਉਦਣ ਆਉਂਦੀ ਹੈ, ਗੁਰੂ ਦੇ ਹੋਇਓ ਤੋਂ ਬਿਨਾ ਕਦੇ ਸਮਝ ਨਹੀਂ ਆ ਸਕਦੀ। ਛੋਟਾ ਜਿਹਾ ਇੱਕ ਬੋਲ ਕਵਾਂ, ਤੁਹਾਡੇ 'ਚ ਗੁਰਮੁਖ ਸੱਜਣ ਬੈਠੇ ਆ ਜਿਹੜੇ ਡਾਕਟਰੀ ਲਾਈਨ ਦੇ ਨਾਲ ਜੁੜੇ ਨੇ। ਵੇਖੋ, ਕਿਸੇ ਬੰਦੇ ਦੀਆਂ ਅੱਖਾਂ ਦੇ ਵਿੱਚ ਵੇਖਣ ਦੀ ਰੌਸ਼ਨੀ ਘਟ ਜਾਏ, ਡਾਕਟਰ ਕੋਲ ਇਲਾਜ ਹੈ। ਡਾਕਟਰ ਮੈਡੀਸਨ ਦਿੰਦਾ ਹੈ, ਸਪੈਕਸ ਲਾ ਦਿੰਦਾ ਹੈ। ਚਲੋ ਅੱਜ ਕੱਲ੍ਹ ਲੈਂਸ ਚੱਲਦੇ ਆ, ਲੈਂਸ ਪਾਏ ਆ, ਨਿਗਾਹ ਠੀਕ ਹੋ ਗਈ। ਯਾਦ ਰੱਖੋ, ਡਾਕਟਰ ਇਹ ਇਲਾਜ ਕਰ ਸਕਦਾ ਹੈ, ਪਰ ਡਾਕਟਰ ਕਿਸੇ ਦਾ ਨਜ਼ਰੀਆ ਨਹੀਂ ਬਦਲ ਸਕਦਾ। ਨਜ਼ਰ ਘਟੀ ਹੈ, ਵਧੀ ਹੈ, ਉਹਦਾ ਇਲਾਜ ਹੈ, ਪਰ ਡਾਕਟਰ ਕਿਸੇ ਦਾ ਨਜ਼ਰੀਆ ਨਹੀਂ ਬਦਲ ਸਕਦਾ ਵੀ ਇਹ ਬੰਦਾ ਅੱਜ ਤੋਂ ਬਾਅਦ ਸੰਸਾਰ ਵਿੱਚ ਰਹਿ ਕੇ ਸਿਰਫ ਨਿਰੰਕਾਰ ਵੇਖੇਗਾ। ਡਾਕਟਰ ਦੀ ਇੰਨੀ ਪਹੁੰਚ ਨਹੀਂ ਹੈ। ਕੰਨਾਂ ਵਿੱਚ ਸੁਣਨ ਦੀ ਸ਼ਕਤੀ ਘਟ ਜਾਏ, ਡਾਕਟਰ ਕੋਲ ਇਲਾਜ ਆ, ਪਰ ਯਾਦ ਰੱਖੋ, ਡਾਕਟਰ ਕਿਸੇ ਦਾ ਸਰੋਤ ਨਹੀਂ ਬਦਲ ਸਕਦਾ। ਹਰ ਬੰਦਾ ਹਰ ਘੜੀ ਕੀਰਤਨ ਸੁਣੀ ਜਾਏ, ਰੱਬੀ ਬਾਣੀ ਸੁਣੀ ਜਾਏ, ਸੱਚ ਹੀ ਸੁਣੀ ਜਾਏ, ਡਾਕਟਰ ਦੀ ਇਹ ਪਹੁੰਚ ਨਹੀਂ ਹੈ। ਜ਼ੁਬਾਨ ਥਿੜਕਣ ਲੱਗ ਜਾਏ, ਜ਼ੁਬਾਨ ਦੇ ਬੋਲਣ ਵਿੱਚ ਫਰਕ ਪੈ ਜਾਏ, ਡਾਕਟਰ ਕੋਲ ਇਲਾਜ ਆ, ਪਰ ਯਾਦ ਰੱਖੋ, ਡਾਕਟਰ ਕਿਸੇ ਦੀ ਬੋਲ ਬਾਣੀ ਨਹੀਂ ਬਦਲ ਸਕਦਾ। ਐਸਾ ਹੋਏਗਾ ਵੀ ਡਾਕਟਰ ਕਿਸੇ ਨੇ ਇੰਜੈਕਸ਼ਨ ਦੇ ਦੇ, ਅੱਜ ਤੋਂ ਬੰਦਾ ਇਹ ਝੂਠ ਨਹੀਂ ਬੋਲੇਗਾ, ਨਹੀਂ ਹੋ ਸਕਦਾ ਨਾ। ਇਹਦੇ ਲਈ ਗੁਰੂ ਦੇ ਹੋਣਾ ਪਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਿਉਂਕਿ ਗੁਰੂ ਤੋਂ ਬਿਨਾ ਆਪਣਾ ਆਪ ਵੇਖਣਾ ਨਹੀਂ ਆਉਂਦਾ। ਮੈਂ ਫਿਰ ਬੇਨਤੀ ਕੀਤੀ ਹੈ, ਜਿੰਨਾ ਚਿਰ ਗੁਰੂ ਦੇ ਨਹੀਂ, ਉਹਨਾਂ ਚਿਰ ਬੰਦਾ ਸੰਸਾਰ ਨੂੰ ਤੱਕਦਾ ਆ, ਤੇ ਜਿੱਦਣ ਗੁਰੂ ਦਾ ਹੋ ਜਾਂਦਾ ਉਦਣ ਸਿੱਖ ਕਹਿੰਦਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮਹਾਰਾਜ, ਮੈਂ ਤੇ ਖੁਦ ਔਗੁਣਾਂ ਨਾਲ ਭਰਿਆ ਆ, ਕਿਸੇ ਦੇ ਗੁਨਾਹਾਂ ਨੂੰ ਕੀ ਵੇਖਾਂਗਾ। ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈਂ ਦਰਵੇਸ਼, ਜਗ ਦਰਵੇਸ਼ ਕਹਿ ਰਿਹਾ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੇ ਬਿਰਾਜਮਾਨ ਹੈ। ਤਕਰੀਬਨ ਜ਼ਿੰਦਗੀ ਦੇ 14 ਸਾਲ ਹਜ਼ੂਰ ਨੇ ਸੁਲਤਾਨਪੁਰ ਗੁਜ਼ਾਰੇ। ਇੱਕ ਦਿਨ ਉਹ ਆਇਆ ਜਿਸ ਦਿਨ ਮਹਾਰਾਜ ਨੇ ਮੋਦੀ ਖਾਨੇ ਦਾ ਜਿਹੜਾ ਕੰਮ ਆ ਉਹ ਛੱਡਿਆ। ਸਤਿਗੁਰੂ ਦੀ ਭੈਣ ਬੇਬੇ ਨਾਨਕੀ, ਮਹਾਰਾਜ ਜੀ ਦੇ ਭਾਈਆ ਜੀ, ਜੀਜਾ ਜੀ, ਭਾਈਆ ਜੈ ਰਾਮ ਕੋਲ ਬਿਠਾ ਕੇ ਪੁੱਛਦੇ ਆ ਵੀ ਕੀ ਕਰਨਾ ਹੈ। ਆਖਿਆ ਕੰਮ ਨਹੀਂ ਕਰਨਾ, ਜਿਹੜੀ ਮੇਰੀ ਪਰਮਾਤਮਾ ਵੱਲੋਂ ਡਿਊਟੀ ਲੱਗੀ ਹੈ, ਸੇਵਾ ਲੱਗੀ ਹੈ, ਉਹ ਆਰੰਭ ਕਰਨੀ ਹੈ। ਉਨੀ ਦਿਨੀ ਮਹਾਰਾਜ ਵੇਈ ਨਦੀ ਦੇ ਵਿੱਚ ਅਲੋਪ ਹੁੰਦੇ ਆ। ਪੂਰੇ ਸੁਲਤਾਨਪੁਰ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ, ਕਿਉਂਕਿ ਜਿਹਨੇ ਕੱਪੜੇ ਪਕੜੇ ਸਨ ਬਾਹਰ ਸਾਥੀ ਨੇ, ਉਹ ਵੇਖਦਾ ਘੜੀਆਂ 2 ਘੜੀਆਂ ਆਏ ਨਹੀਂ ਬਾਹਰ। ਸੁਭਾਵਕ ਸੀ ਸਾਰੇ ਸੁਲਤਾਨਪੁਰ ਦੇ ਵਿੱਚ ਰੌਲਾ ਪੈ ਗਿਆ ਕਿ ਬੇਬੇ ਨਾਨਕੀ ਦਾ ਵੀਰ ਗੁਰੂ ਨਾਨਕ ਸਾਹਿਬ ਵੇਈ ਨਦੀ ਵਿੱਚ ਡੁੱਬ ਗਿਆ। ਸਾਰੇ ਸੁਲਤਾਨਪੁਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ, ਲੋਕ ਰੋਏ, ਪਰ ਸਿਰਫ 2 ਅੱਖਾਂ ਉਹ ਆ
ਜਿਨ੍ਹਾਂ ਦੇ ਵਿੱਚੋਂ ਨੀਰ ਨਾ ਵਗਿਆ, ਜਿਨ੍ਹਾਂ ਅੱਖੀਆਂ ਦੇ ਵਿੱਚ ਹੰਝੂ ਨਹੀਂ ਆਏ, ਉਹ ਦੋ ਅੱਖੀਆਂ ਕਿਹਦੀਆਂ? ਸਤਿਕਾਰਯੋਗ ਬੇਬੇ ਨਾਨਕੀ ਦੀਆਂ। ਇੱਕ ਧਿਆਨ ਦੇਣਾ ਬੋਲ ਵੱਲ। ਦੁਨੀਆ ਦੀ ਹਰ ਚੀਜ਼ ਨੂੰ ਮਿਣਨ ਦਾ ਪੈਮਾਨਾ ਆ। ਲਿਕੁਇਡ ਹੋਵੇ, ਅਸੀਂ ਲੀਟਰਾਂ ਦੇ ਵਿੱਚ ਮਿਣਦੇ ਹਾਂ ਵੀ ਕਿੰਨੇ ਲੀਟਰ ਹੈ। ਪਾਣੀ ਹੈ, ਦੁੱਧ ਹੈ, ਤੇਲ ਹੈ, ਕੋਈ ਵੀ ਲਿਕੁਇਡ ਚੀਜ਼ ਹੈ। ਕੱਪੜਾ ਹੈ, ਅਸੀਂ ਗਜ਼ਾਂ ਦੇ ਨਾਲ ਮਿਣਦੇ ਹਾਂ। ਜ਼ਮੀਨ ਨੂੰ ਮਾਪਣ ਦੀ ਆਪਣੀ ਪ੍ਰਕਿਰਿਆ। ਠੋਸ ਵਸਤੂ ਹੈ, ਕੋਈ ਉਹਨੂੰ ਤੋਲਣ ਦੀ ਪ੍ਰਕਿਰਿਆ। ਭਾਵ ਹਰ ਚੀਜ਼ ਨੂੰ ਨਾਪਣ ਦਾ ਇੱਕ ਨਾ ਇੱਕ ਪੈਮਾਨਾ ਹੈ। ਜਿਹੜਾ ਗੁਰੂ ਦੇ ਪ੍ਰਤੀ ਪਿਆਰ ਆ ਨਾ, ਸਿੱਖ ਦਾ ਗੁਰੂ ਦੇ ਨਾਲ ਜਿਹੜਾ ਰਿਸ਼ਤਾ ਆ, ਯਾਦ ਰੱਖੋ ਇਹਨੂੰ ਵੀ ਮਾਪਣ ਦਾ ਇੱਕ ਪੈਮਾਨਾ ਹੈ ਕਿ ਮੇਰੀ ਗੁਰੂ ਨਾਲ ਸਾਂਝ ਕਿੱਦਾਂ ਦੀ ਹੈ। ਕਿੰਨਾ ਕੁ ਉਹਦੇ ਤੋਂ ਨੇੜੇ ਆ, ਕਿੰਨਾ ਕੁ ਉਹਦੇ ਤੋਂ ਦੂਰ ਆ। ਕੀ ਮੈਂ ਇਕੱਲਾ ਅਜੇ ਸਰੀਰ ਕਰਕੇ ਜੁੜਿਆ? ਕੀ ਮੈਂ ਇਕੱਲਾ ਲੋਕ ਦਿਖਾਵੇ ਕਰਕੇ ਜਾ ਰਿਹਾ? ਉਹ ਪੈਮਾਨਾ ਪਤਾ ਕੀ ਹੈ? ਉਸ ਪੈਮਾਨੇ ਦਾ ਨਾਂ ਹੈ ਸਿਦਕ, ਸਬਰ। ਯਾਦ ਰੱਖੋ ਦੁਨੀਆ ਦੇ ਵਿੱਚ ਕੋਈ ਕੰਮ ਹੋਵੇ ਜੀ, ਹਰ ਕੰਮ ਦੀ ਪ੍ਰੀਖਿਆ ਜ਼ਰੂਰ ਹੁੰਦੀ ਹੈ। ਸੰਸਾਰੀ ਤੌਰ ਤੇ ਕਿਸੇ ਕੋਲੋਂ ਕੁਝ ਸਿੱਖਣ ਚਲੇ ਜਾਓ, ਉਹ ਇੱਕ ਨਾ ਇੱਕ ਦਿਨ ਸਾਡੀ ਪ੍ਰੀਖਿਆ ਜ਼ਰੂਰ ਲੈਂਦਾ ਵੀ ਇਹ ਬੰਦਾ ਯੋਗਤਾ ਰੱਖਦਾ, ਇਹ ਅਪੜ ਗਿਆ। ਧਿਆਨ ਦੇਣਾ, ਧਰਮ ਦੀ ਦੁਨੀਆ ਵਿੱਚ ਵੀ ਐਸਾ ਹੈ। ਕਈ ਵਾਰੀ ਸਾਨੂੰ ਇੰਝ ਲੱਗਦਾ ਹੈ ਵੀ ਨਿਤਨੇਮ ਤੇ ਵਧਾਇਆ, ਅੰਮ੍ਰਿਤ ਵੇਲਾ ਸਾਂਭਿਆ, ਸਤਿਗੁਰੂ ਦੇ ਦੀਦਾਰ ਵੀ ਰੋਜ਼ ਕਰਦਾ ਆ, ਪਰ ਅਰਦਾਸ ਕਬੂਲ ਨਹੀਂ ਹੋ ਰਹੀ। ਜੋ ਮੈਂ ਚਾਹ ਰਿਹਾ ਹਾਂ ਉਹ ਹੋ ਨਹੀਂ ਰਿਹਾ। ਮੇਰਾ ਕੰਮ, ਮੇਰੀ ਕਿਰਤ ਵੱਧ ਨਹੀਂ ਰਹੀ। ਜੋ ਮੈਂ ਚਾਹ ਰਿਹਾ ਉਹ ਮਿਲ ਨਹੀਂ ਰਿਹਾ। ਯਾਦ ਰੱਖਿਓ ਉਦਣ ਸਾਡੀ ਪ੍ਰੀਖਿਆ ਸ਼ੁਰੂ ਹੋ ਰਹੀ ਹੈ। ਜੇ ਸਿਦਕ ਨਿਭ ਗਿਆ, ਸਿਦਕ ਸਭ ਤੋਂ ਵੱਡਾ ਪੈਮਾਨਾ ਹੈ ਗੁਰੂ ਦੇ ਨਾਲ ਸਾਂਝ ਬਣਾਉਣ ਦਾ। ਸੁਲਤਾਨਪੁਰ ਦੇ ਸਾਰੇ ਲੋਕ ਰੋਏ, ਗੁਰੂ ਨਾਨਕ ਡੁੱਬ ਗਿਆ। ਪਰ ਦੁਨੀਆ ਦੀ ਪਹਿਲੀ ਸਿੱਖ ਇਸਤਰੀ ਹੈ ਸਤਿਕਾਰਯੋਗ ਬੇਬੇ ਨਾਨਕੀ। ਯਾਦ ਰੱਖੋ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਹੈ ਸਤਿਕਾਰਯੋਗ ਬੇਬੇ ਨਾਨਕੀ। ਉਹਦਾ ਸਿਦਕ ਨਹੀਂ ਡੋਲਿਆ। ਲੋਕਾਂ ਬੜਿਆ ਆਖਿਆ ਵੀ ਇਹਨੂੰ ਬਹੁਤ ਡਾਢੀ ਡੂੰਘੀ ਸੱਟ ਲੱਗੀ ਹੈ, ਇਹ ਰੋਈ ਨਹੀਂ। ਪਰ ਉਹਨਾਂ ਇੱਕੋ ਬੋਲ ਆਖਿਓ, ਦੁਨੀਆ ਦੇ ਲੋਕੋ, ਜਿਹੜਾ ਡੁੱਬਿਆਂ ਨੂੰ ਤਾਰਨ ਵਾਲਾ ਨਾ ਉਹ ਨਹੀਂ ਡੁੱਬ ਸਕਦਾ। ਇਹ ਸਿਦਕ ਹੈ ਸਾਡਾ। ਯਾਦ ਰੱਖੋ, ਕੋਈ ਬੰਦਾ ਇਹ ਕਹਿ ਦਏ ਕਿ ਜੇ ਤੇਰੀ ਅਰਦਾਸ ਕਬੂਲ ਨਹੀਂ ਹੋ ਰਹੀ ਤੇ ਚੱਲ ਤੈਨੂੰ ਕਿਸੇ ਦੂਜੀ ਥਾਂ ਤੇ ਲੈ ਚੱਲਣਾ, ਪਿਆਰਿਓ ਨਹੀਂ। ਸਤਿਗੁਰੂ ਦਾ ਘਰ ਇਹ ਗੱਲ ਕਹਿੰਦਾ ਹੈ, ਜਿਹਦੀ ਝੋਲੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰੋਂ ਨਾ ਭਰੀ, ਉਹਦੀ ਝੋਲੀ ਦੁਨੀਆ ਦੇ ਕਿਸੇ ਵੀ ਥਾਂ ਤੋਂ ਨਹੀਂ ਭਰ ਸਕਦੀ। ਖੈਰ ਉਹ ਸਮਾਂ ਨੇੜੇ ਆਇਆ। ਤੀਜੇ ਦਿਨ ਧੰਨ ਗੁਰੂ ਨਾਨਕ ਸਾਹਿਬ ਵੇਈ ਨਦੀ ਚੋਂ ਬਾਹਰ ਆਏ। ਮਹਾਰਾਜ ਨੇ ਪਹਿਲਾ ਟਿਕਾਣਾ ਜਿਹੜਾ ਕੀਤਾ ਨਾ, ਉਹ ਟਿਕਾਣਾ ਹੈ ਸ਼ਮਸ਼ਾਨ ਘਾਟ, ਜਿੱਥੇ ਮੁਰਦਾ ਦੇਹਾਂ ਨੂੰ, ਮੌਤ ਵਾਲੇ ਸਰੀਰਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਸ਼ਮਸ਼ਾਨ ਘਾਟ ਕਹਿੰਦੇ ਆ। ਚਲੋ ਮੈਂ ਤੁਹਾਡੇ ਗਿਆਤ ਲਈ ਕਹਿ ਦਿਆਂ, ਲਫ਼ਜ਼ ਵੈਸੇ ਬੜਾ ਪਿਆਰਾ ਆ। ਸ਼ਮਸ਼ਾਨ ਹੈ ਵੈਸੇ ਹਿੰਦੀ ਦਾ ਲਫ਼ਜ਼ ਆ, ਸ਼ਮਸ਼ਾਨ, ਜਿੱਥੇ ਜਾ ਕੇ ਸਾਰਿਆਂ ਦੀ ਸ਼ਾਨ ਬਰਾਬਰ ਹੋ ਜਾਏ। ਸ਼ਮਸ਼ਾਨ, ਭਾਵੇਂ ਕੋਈ ਬਹੁਤ ਵੱਡਾ ਹੈ। ਭਗਤ ਜੀ ਕਹਿੰਦੇ ਆ, ਕਾਰਜ 3.5 ਹੱਥ ਘਣੀ ਤਾਂ 4.25। ਭਾਵੇਂ ਕੋਈ ਬੜਾ ਧਨਾੜ ਹੈ, ਬਾਲਣ ਉਹਨੂੰ ਵੀ ਓਨਾ ਕੀ ਲੱਗਿਆ। ਭਾਵੇਂ ਕੋਈ ਬੜਾ ਗਰੀਬ ਆ ਤੇ ਬਾਲਣ ਉਹਨੂੰ ਵੀ ਓਨਾ ਹੀ ਲੱਗਿਆ। ਜਿੱਥੇ ਜਾ ਕੇ ਸਾਰਿਆਂ ਦੀ ਸ਼ਾਨ ਇੱਕੋ ਜੀ ਰਹਿ ਜਾਏ। ਖੈਰ, ਗੁਰੂ ਨਾਨਕ ਸਾਹਿਬ ਸਤਿਗੁਰੂ ਉੱਥੇ ਜਾ ਕੇ ਬੈਠੇ।
ਲੋਕਾਂ 'ਚ ਇੱਕ ਹੋਰ ਰੌਲਾ ਪੈ ਗਿਆ ਕਿ ਇਹ ਕਿਹੋ ਜਿਹੀ ਗੱਲ ਹੈ, ਲੋਕੀ ਸ਼ਮਸ਼ਾਨ ਤੋਂ ਦੂਰ ਭੱਜਦੇ ਆ। ਗੁਰੂ ਨਾਨਕ ਸਾਹਿਬ ਉੱਥੇ ਜਾ ਕੇ ਬਹਿ ਗਏ। ਮਹਾਰਾਜ ਇੱਕ ਗੱਲ ਆਖੀ ਵੀ ਧਰਮ ਦੀ ਗੱਲ ਕਹਿਣੀ ਹੈ ਨਾ, ਸੱਚ ਦੀ ਆਵਾਜ਼ ਲਾਉਣੀ ਹੈ, ਤੇ ਪਹਿਲੇ ਦਿਨੋਂ ਮੌਤ ਨੂੰ ਕਬੂਲ ਕਰਨਾ ਪਏਗਾ। ਉਸੇ ਗੱਲ ਵੱਲ ਤੁਰ ਚਲੀਏ। ਸੰਸਾਰ ਵਿੱਚ ਪਹਿਲਾ ਜਨਮ ਹੈ, ਅਖੀਰ ਤੇ ਮੌਤ ਹੈ। ਧਰਮ ਦੀ ਦੁਨੀਆ 'ਚ ਪਹਿਲਾ ਮੌਤ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿੱਦਣ ਇਸ ਦਰ ਦੀਆਂ ਪੌੜੀਆਂ ਚੜ੍ਹਦੇ ਹੋ ਨਾ, ਅਰਦਾਸ ਕਰਿਓ ਹੰਕਾਰ ਮਿਟ ਜਾਏ, ਮਰ ਜਾਏ। ਸਤਿਗੁਰੂ ਦੇ ਦਰ ਚੱਲੇ ਆ ਤੇ ਇਹ ਪਤਾ ਹੀ ਨਾ ਲੱਗੇ ਕੌਣ ਆ ਅਸੀਂ। ਮੈਂ ਵਾਲੀ ਤੇ ਗੱਲ ਮੁੱਕ ਜਾਏ। ਇਹਨੂੰ ਹੀ ਮਹਾਰਾਜ ਨੇ ਆਖਿਆ ਕੋਈ ਮੌਤ ਨੂੰ ਕਬੂਲ ਕਰ ਲੈ। ਇੱਕ ਦਿਨ ਆਏਗਾ ਜਿਸ ਦਿਨ ਗੁਰੂ ਦੇ ਘਰ ਵਿੱਚ ਜਨਮ ਹੁੰਦਾ, ਉਹਨੂੰ ਸਾਹਿਬ ਦੀ ਬਾਣੀ ਕਹਿੰਦੀ ਏ, ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਗੁਰੂ ਦੇ ਘਰ ਵਿੱਚ ਜਿੱਦਣ ਜਨਮ ਹੋਇਆ, ਸਮਝ ਲੈਣਾ ਉਸ ਦਿਨ ਗੁਰੂ ਨਾਨਕ ਸਾਹਿਬ ਦੇ ਹੋ ਗਏ। ਮਹਾਰਾਜ ਸੁਲਤਾਨਪੁਰ ਇੱਕ ਵੱਖਰਾ ਸੁਨੇਹਾ ਦਿੱਤਾ। ਉਹ ਸੁਨੇਹਾ ਕੀ ਸੀ? ਨਾ ਕੋਈ ਹਿੰਦੂ ਨਾ ਮੁਸਲਮਾਨ। ਲੋਕ ਬੜੇ ਹੈਰਾਨ ਹੋਏ ਕਿ ਸੰਸਾਰ ਦਾ ਤੇ ਸਾਰਾ ਰੌਲਾ ਹੀ ਇਹ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਵੀ ਨਾ ਲੋਕ, ਪੁੱਛਣ ਪੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਗਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸਤਿਗੁਰੂ ਕਹਿੰਦੇ ਜਿਹੜੀ ਗੱਲ ਸਮਝ ਆਉਣ ਵਾਲੀ ਸੀ ਨਾ, ਉਹ ਨਹੀਂ ਤੁਹਾਡੇ ਆਈ। ਅਮਲ ਚੰਗੇ ਨਹੀਂ, ਬੰਦਾ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਕਿਸੇ ਧਰਮ ਨਾਲ ਜੁੜਿਆ ਹੋਵੇ, ਸਾਈਂ ਦੇ ਦਰ ਤੇ ਸਿਰਫ ਕਰਮ ਪ੍ਰਧਾਨ ਹੈ, ਸੂਰਤ ਪ੍ਰਧਾਨ ਨਹੀਂ ਹੈ। ਛੋਟਾ ਜਿਹਾ ਬੋਲ ਕੇ ਫਿਰ ਇੱਥੇ ਆਵਾਂ। ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਮਜ਼ਾਕ ਭਰੇ ਲਹਿਜੇ ਵਿੱਚ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਜੀ, ਧਰਮ ਕਿਹੜਾ ਵੱਡਾ ਹੈ, ਤੁਹਾਡਾ ਜਾਂ ਸਾਡਾ? ਅਸੀਂ ਬਹੁਤ ਪੁਰਾਤਨ ਤੋਂ ਚੱਲੇ ਆਉਂਦੇ, ਅੱਜ ਨਹੀਂ, ਹਜ਼ਾਰਾਂ ਸਾਲਾਂ ਤੋਂ ਸਾਡਾ ਧਰਮ ਤੁਰਿਆ ਆਉਂਦਾ। ਤੁਹਾਡਾ ਧਰਮ ਤੇ ਬੜਾ ਨਵਾਂ ਜਿਹਾ ਹੈ। ਦੱਸੋ ਧਰਮ ਤੁਹਾਡਾ ਚੰਗਾ ਕਿ ਸਾਡਾ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ। ਮਹਾਰਾਜ ਕਹਿੰਦੇ ਆ, ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ। ਤੈਨੂੰ ਤੇਰਾ ਮੁਬਾਰਕ ਹੈ ਤੇ ਸਾਨੂੰ ਸਾਡਾ ਮੁਬਾਰਕ ਹੈ। ਸੁਲਤਾਨਪੁਰ ਜਦੋਂ ਮਹਾਰਾਜ ਇਹ ਕਹਿੰਦੇ ਆ ਨਾ ਕੋਈ ਹਿੰਦੂ ਨਾ ਮੁਸਲਮਾਨ, ਕਾਜ਼ੀ ਕਹਿਣ ਲੱਗਾ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਯਾਦ ਰੱਖੋ, ਆਮ ਬੰਦੇ ਨੂੰ ਸਮਝਾਉਣਾ ਤੇ ਸਮਝਣਾ ਬੜਾ ਸੌਖਾ ਹੈ। ਸਭ ਤੋਂ ਔਖਾ ਹੈ ਗਿਆਨੀ ਬੰਦੇ ਨੂੰ ਸਮਝਾਉਣਾ, ਕਿਉਂਕਿ ਜਿਹੜਾ ਅੰਦਰ ਗਿਆਨ ਦਾ ਹੰਕਾਰ ਹੈ ਨਾ, ਉਹ ਗੱਲ ਮੰਨਣ ਨਹੀਂ ਦਿੰਦਾ। ਆਮ ਬੰਦਾ ਹੋ ਸਕਦਾ ਇੱਕ ਵਾਰੀ ਵੀ ਇਸ ਦਰ ਤੇ ਆ ਕੇ ਪਾਰ ਲੰਘ ਜਾਏ, ਤੇ ਹੋ ਸਕਦਾ ਗਿਆਨੀ ਬੰਦੇ ਦੀ ਆਉਂਦਿਆਂ ਜ਼ਿੰਦਗੀ ਕਿਉਂ ਨਾ ਲੰਘ ਜਾਏ, ਪਰਵਾਹ ਨਾ ਹੋਵੇ। ਮੈਂ ਇੱਕ ਛੋਟਾ ਜਿਹਾ ਬੋਲ ਫਿਰ ਜੇਲ੍ਹ 'ਚ ਆਇਆ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇੱਕ ਸਵਾਲ ਕੀਤਾ, ਗੁਰੂ ਨਾਨਕ ਸਾਹਿਬ, ਤੁਹਾਡੇ ਚਰਨਾਂ ਦੇ ਵਿੱਚ ਮੈਂ ਤਲਵੰਡੀ, ਜਿਹੜਾ ਮਹਾਰਾਜ ਦਾ ਜਨਮ ਸਥਾਨ ਹੈ ਨਨਕਾਣਾ ਸਾਹਿਬ, ਮਹਾਰਾਜ ਮੈਂ ਤੁਹਾਨੂੰ ਤਲਵੰਡੀ ਵੀ ਮਾਣਿਆ, ਸੰਗਤ ਮਾਣੀ ਹੈ ਤੁਹਾਡੀ। 14-15 ਸਾਲ ਸੁਲਤਾਨਪੁਰ ਹੋ ਗਏ ਤੁਹਾਡੇ ਨਾਲ ਰਹਿੰਦੇ ਆ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਉਹ ਗੱਲ ਕੀ ਹੈ? ਕੁਝ ਲੋਕ ਆਉਂਦੇ ਨੇ ਤੁਹਾਡੇ ਚਰਨਾਂ 'ਚ, ਪਹਿਲੇ ਦਿਨ ਆਏ
ਤੇ ਪਹਿਲੇ ਦਿਨ ਬਖਸ਼ਿਸ਼ ਦੇ ਨਾਲ ਝੋਲੀ ਭਰ ਕੇ ਲੈ ਗਏ। ਕੁਝ ਲੋਕ ਆਉਂਦੇ ਐ 14-15 ਸਾਲ ਹੋ ਗਿਆ ਮੈਨੂੰ ਵੇਖਦਿਆਂ, ਮਹਾਰਾਜ ਉਹ ਤੇਰੀ ਬਖਸ਼ਿਸ਼ ਤੋਂ ਕੱਲ ਵੀ ਸਖਣੇ ਸੀ ਤੇ ਅੱਜ ਵੀ ਸਖਣੇ ਐ। ਭਾਵ ਉਹ ਤੇਰੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕੇ। ਕੁਝ ਲੋਕ ਐਸੇ ਐ ਆਉਂਦੇ ਐ ਤੁਹਾਡੇ ਨਾਲ ਗੱਲਾਂ ਵੀ ਕਰਦੇ ਐ, ਵਿਚਾਰਾਂ ਵੀ ਕਰਦੇ ਐ, ਪਰ ਬਰਕਤ ਨਹੀਂ ਉਹਨਾਂ ਨੂੰ ਮਿਲੀ। ਸਤਿਗੁਰੂ ਐਸਾ ਕਿਉਂ ਹੈ? ਮਹਾਰਾਜ ਕਹਿੰਦੇ ਆ ਮਰਦਾਨਿਆਂ, ਮੈਂ ਤੈਨੂੰ ਇੱਕ ਸਵਾਲ ਦਿੰਨਾ ਆ, ਉਹੀ ਸਵਾਲ ਉਹਦਾ ਜਵਾਬ ਤੇਰੀ ਗੱਲ ਦਾ ਜਵਾਬ ਹੋਏਗਾ। ਸਵਾਲ ਕੀ ਹੈ? ਸਤਿਗੁਰੂ ਨੇ 3 ਦੀਵੇ ਦਿੱਤੇ। ਮਹਾਰਾਜ ਕਹਿੰਦੇ ਇਹਨਾਂ 3 ਦੀਵਿਆਂ ਨੂੰ ਜਗਾਉਣਾ ਹੈ। ਦੀਪਕ ਹੈ ਔਰ ਇਹ ਤਿੰਨੇ ਜਗਾਓ। ਭਾਈ ਮਰਦਾਨਾ ਜੀ ਆਖਦੇ ਆ ਪਾਤਸ਼ਾਹ ਇਹਨਾਂ ਵਿੱਚੋਂ ਸਿਰਫ ਇੱਕ ਜਗਣ ਯੋਗ ਹੈ, 2 ਨਹੀਂ ਜਗਣੇ। ਮਹਾਰਾਜ ਪੁੱਛਿਆ ਕਿਉਂ? ਕਹਿਣ ਲੱਗਾ ਬੜੀ ਸਪਸ਼ਟ ਜੀ ਗੱਲ ਹੈ। ਪਹਿਲਾ ਦੀਵਾ ਨਾਂ ਦਾ ਦੀਵਾ ਜ਼ਰੂਰ ਹੈ, ਪਰ ਇਹਦੇ ਵਿੱਚ ਤੇਲ ਵੀ ਨਹੀਂ ਤੇ ਬੱਤੀ ਵੀ ਨਹੀਂ। ਸੁਭਾਵਕ ਹੈ ਤੇਲ ਤੇ ਬੱਤੀ ਨਹੀਂ ਹੋਏਗੀ, ਨਹੀਂ ਜਗੇਗਾ। ਦੂਜੇ ਵਿੱਚ ਇਕੱਲੀ ਬੱਤੀ ਹੈ, ਕੱਲਾ ਰੂਹ ਹੈ, ਇਹਦੇ ਵਿੱਚ ਤੇਲ ਨਹੀਂ ਹੈ। ਮਹਾਰਾਜ ਜਗੇਗਾ ਪਰ ਇੱਕ ਅੱਧੇ ਪਲ ਵਾਸਤੇ, ਰੂਹ ਸੜ ਜਾਏਗਾ, ਖਤਮ ਹੋ ਜਾਏਗੀ ਗੱਲ। ਤੀਜਾ ਦੀਵਾ ਜਗੇਗਾ, ਉਹਦੇ 'ਚ ਤੇਲ ਵੀ ਹੈ ਤੇ ਉਹਦੇ ਵਿੱਚ ਬੱਤੀ ਵੀ ਹੈ। ਸਤਿਗੁਰੂ ਕਹਿੰਦੇ ਆ ਧਰਮ ਇਦਾਂ ਦਾ ਹੈ। ਇਹ ਤੇਰੇ ਸਵਾਲ ਦਾ ਜਵਾਬ ਹੈ। ਪਾਤਸ਼ਾਹ ਗੱਲ ਖੋਲ ਕੇ ਸਮਝਾਓ। ਸਤਿਗੁਰੂ ਕਹਿੰਦੇ ਆ ਪਹਿਲੇ ਲੋਕ ਉਹ ਆ ਜਿਹੜੇ ਸਿਰਫ ਨਾਂ ਦੇ ਹੀ ਇਨਸਾਨ ਆ, ਮਨੁੱਖ ਆ। ਨਾ ਉਹਨਾਂ ਦੇ ਅੰਦਰ ਧਰਮ ਦਾ ਕੋਈ ਤੇਲ ਹੈ ਤੇ ਨਾ ਹੀ ਕੋਈ ਗੁਰੂ ਦੀ ਬਖਸ਼ਿਸ਼ ਰੂਪ ਉਹਨਾਂ ਵਿੱਚ ਬੱਤੀ ਹੈ। ਮੈਨੂੰ ਹੋਰ ਸੌਖਾ ਸਮਝਾ ਦਿਆਂ, ਤੁਹਾਡੇ 'ਚ ਬਹੁਤ ਸੰਗਤ ਬਾਣੀ ਪੜ੍ਹਨ ਵਾਲੀ ਹੈ। ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਬਹੁਤਿਆਂ ਨੂੰ ਯਾਦ ਹੋਣਗੇ। 2 ਸ਼ਲੋਕ ਐਸੇ ਹੈ ਜਿਹਦੇ ਵਿੱਚ ਪਹਿਲੇ ਸ਼ਲੋਕ 'ਚ ਮਹਾਰਾਜ ਕਹਿੰਦੇ ਆ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹੇ ਮਨ। ਇੱਕ ਵਾਹਿਗੁਰੂ ਪਰਮਾਤਮਾ ਦੀ ਭਗਤੀ ਬੰਦਗੀ ਜਿਸ ਇਨਸਾਨੀ ਜ਼ਿੰਦਗੀ ਵਿੱਚ ਨਹੀਂ ਹੈ ਤੇ ਮਨੁੱਖੀ, ਪਰ ਗੁਰੂ ਦੀ ਨਜ਼ਰ ਉਹਨੂੰ ਕੀ ਕਹਿ ਰਹੀ ਹੈ? ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸਤਿਗੁਰੂ ਕਹਿੰਦੇ ਆ ਉਸ ਇਨਸਾਨੀ ਜ਼ਿੰਦਗੀ ਵਿੱਚ ਸੂਰ ਤੇ ਕੁੱਤੇ ਦੇ ਵਿੱਚ ਕੋਈ ਫਰਕ ਨਹੀਂ ਹੈ ਮਨੁੱਖ, ਪਰ ਗੁਰੂ ਸਾਹਿਬ ਕਹਿੰਦੇ ਆ ਉਹਦੀ ਜ਼ਿੰਦਗੀ ਸੂਰ ਤੇ ਕੁੱਤੇ ਤੋਂ ਵੱਧ ਨਹੀਂ ਹੈ। ਪਰ ਅਗਲਾ ਬਚਨ ਪੜੋ, ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇਹੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਜਾਨ। ਹੈ ਮਨੁੱਖ। ਸਤਿਗੁਰੂ ਕਹਿੰਦੇ ਜੇ ਪਰਮਾਤਮਾ ਦੀ ਬਖਸ਼ਿਸ਼ ਆ, ਰੱਬ ਦੇ ਨਾਮ ਦੀ ਕਣੀ ਆ, ਭਉ ਭਾਵਨੀ ਆ, ਤੇ ਗੁਰੂ ਸਾਹਿਬ ਕਹਿੰਦੇ ਉਸ ਮਨੁੱਖ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ, ਬੰਦੇ ਸਿਰਫ ਨਾਂ ਦੇ ਬੰਦੇ ਆ, ਨਾ ਅੰਦਰ ਕੋਈ ਧਰਮ ਦਾ ਤੇਲ ਆ, ਨਾ ਗੁਰੂ ਦੀ ਬਖਸ਼ਿਸ਼ ਰੂਪ ਬੱਤੀ ਆ, ਤੇ ਜਗਣਗੇ ਕਿੱਥੋਂ? ਇੱਕ ਉਹ ਆ ਧਰਮ ਰੂਪੀ ਤੇਲ ਕੋਈ ਨਹੀਂ, ਪਰ ਗਿਆਨ ਦੀਆਂ ਗੱਲਾਂ ਬੜੀਆਂ ਆ। ਸਿਰਫ ਜਿੰਨਾ ਚਿਰ ਗੱਲ ਕਰਦੇ ਆ ਧਰਮ ਦੀ, ਚੰਗੇ ਲੱਗਦੇ ਆ, ਅੱਗੋਂ ਪਿੱਛੋਂ ਕੋਲ ਕੁਝ ਨਹੀਂ ਆ। ਵਿਰਲੇ ਬੰਦੇ ਉਹ ਆ ਜਿਨ੍ਹਾਂ ਕੋਲ ਧਰਮ ਰੂਪੀ ਤੇਲ ਵੀ ਆ, ਬਖਸ਼ਿਸ਼ ਰੂਪੀ ਬੱਤੀ ਵੀ ਆ। ਇੱਕ ਵਾਰੀ ਗੁਰੂ ਦੇ ਚਰਨਾਂ ਦੀ ਛੋਹ ਮਿਲਦੀ ਆ,
ਉਹ ਸਦਾ ਲਈ ਜਗ ਜਾਂਦੇ ਆ। ਕੱਲਾ ਆਪ ਹੀ ਨਹੀਂ ਜਗਦੇ, ਉਹ ਪਤਾ ਨਹੀਂ ਕਿੰਨਿਆਂ ਕੁ ਨੂੰ ਪ੍ਰਕਾਸ਼ ਬਖੇਰਦਿਆਂ ਬਖੇਰਦਿਆਂ ਕਿੰਨੀ ਕੁ ਦੁਨੀਆ ਨੂੰ ਰੱਬ ਦੇ ਨਾਂ ਨਾਲ ਜੋੜ ਜਾਂਦੇ ਆ। ਅੱਜ ਜਦੋਂ ਕਾਜ਼ੀ ਕਹਿੰਦਾ ਹੈ ਨਾ, ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਮਹਾਰਾਜ ਪੁੱਛਿਆ ਕਿਉਂ? ਕਹਿਣ ਲੱਗੇ ਜੇ ਤੁਹਾਡੇ ਅੰਦਰ ਜਜ਼ਬਾਤੀ ਪੱਖ ਨਹੀਂ ਹੈ ਜਾਂ ਧਰਮ ਦੇ ਪ੍ਰਤੀ ਇਦਾਂ ਦੀ ਗੱਲ ਨਹੀਂ ਹੈ, ਆ ਵੇਈ ਤੋਂ ਪਾਰ ਸਾਹਮਣੇ ਬੜੀ ਵੱਡੀ ਮਸੀਤ ਹੈ ਸੁਲਤਾਨਪੁਰ ਲੋਧੀ, ਚਲੋ ਨਾਲ। ਫਜਰ ਦੀ ਨਮਾਜ਼ ਦਾ ਵੇਲਾ ਹੈ, ਆਪਾਂ ਸਾਰੇ ਰਲ ਕੇ ਫਜਰ ਦੀ ਨਮਾਜ਼ ਅਦਾ ਕਰਦੇ ਹਾਂ। ਹਜ਼ੂਰ ਕਹਿਣ ਲੱਗੇ ਚਲੋ। ਸੁਲਤਾਨਪੁਰ ਲੋਧੀ ਦਾ ਨਵਾਬ ਜਿਹੜਾ ਹੈ, ਰਾਜਾ ਜਿਹੜਾ, ਉਹਦਾ ਨਾਂ ਹੈ ਨਵਾਬ ਦੌਲਤ ਖਾਨ। ਕਾਜ਼ੀ, ਮੌਲਾਣੇ, ਮੁੱਲੇ, ਬੜੇ ਲੋਕ ਇਕੱਠੇ ਹੋਏ। ਉੱਚੀ ਉੱਚੀ ਰੌਲਾ ਪੈ ਗਿਆ ਇਸ ਗੱਲ ਦਾ ਵੀ ਸੁਲਤਾਨਪੁਰ ਦੀ ਧਰਤੀ ਤੇ ਰਹਿਣ ਵਾਲੇ ਜਿਹੜੇ ਲੋਕ ਆਪਣੇ ਧਰਮ ਦੇ ਇਸ਼ਟ ਗੁਰੂ ਨਾਨਕ ਨੂੰ ਮੰਨਣ ਵਾਲੇ ਆ, ਅੱਜ ਗੁਰੂ ਨਾਨਕ ਮਸੀਤ ਦੇ ਵਿੱਚ ਆ ਕੇ ਨਮਾਜ਼ ਅਦਾ ਕਰਨ ਲੱਗਾ। ਫਜਰ ਦੀ ਨਮਾਜ਼ ਦਾ ਪਹਿਲਾ ਬੰਦ, ਪਹਿਲਾ ਰੁਕੂ ਸ਼ੁਰੂ ਹੋਇਆ। ਗੁਰੂ ਨਾਨਕ ਸਾਹਿਬ ਉਜ਼ੂ ਜ਼ਰੂਰ ਕੀਤਾ, ਵਜ਼ੂ ਕੀਤਾ, ਪਰ ਬਾਹਰ ਆ ਗਏ। ਨਮਾਜ਼ ਦੇ ਬੰਦ ਪੜ੍ਹੇ ਜਾ ਰਹੇ ਹੈ, ਵਾਰ-ਵਾਰ ਬਿਸਮਿਲ੍ਲਾ ਲਫ਼ਜ਼ ਕਹਿ ਕਹਿ ਕੇ ਸਜਦਾ ਕੀਤਾ ਜਾ ਰਿਹਾ ਹੈ। ਹੈਰਾਨ ਹੋਏ ਜਦੋਂ ਨਮਾਜ਼ ਦੀ ਸਮਾਪਤੀ ਹੋਈ, ਗੁਰੂ ਨਾਨਕ ਸਾਹਿਬ ਤੋਂ ਉੱਥੇ ਹੈ ਨਹੀਂ। ਕਾਜ਼ੀ ਤੇ ਦੌਲਤ ਖਾਨ ਬੜੇ ਕ੍ਰੋਧ 'ਚ ਆ, ਗੁੱਸੇ 'ਚ ਆ। ਇਹ ਕਿਹੋ ਜਿਹਾ ਬੰਦਾ ਹੈ? ਨਮਾਜ਼ ਦਾ ਪਹਿਲਾ ਰੁਕੂ ਪੜ੍ਹਨ ਵੇਲੇ ਸਾਡੇ ਕੋਲ ਹੈ, ਅਜੇ ਰੁਕੂ ਜਿਹੜੇ ਆ ਬੰਦ, ਜਿਹੜੇ ਸਮਾਪਤੀ ਨਹੀਂ, ਇਹ ਬਾਹਰ ਹੋ ਜਾ ਕੇ ਬੈਠਾ ਹੈ। ਏਡੀ ਵੱਡੀ ਧਰਮ ਦੀ ਤੌਹੀਨ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਬਾਹਰ ਆਏ, ਕਹਿਣ ਲੱਗੇ ਨਮਾਜ਼ ਛੱਡ ਕੇ ਕਿਉਂ ਆ ਗਏ? ਤੌਹੀਨ ਹੈ ਨਮਾਜ਼ ਦੀ। ਸਤਿਗੁਰੂ ਮੁਸਕਰਾ ਕੇ ਆਂਦੇ ਆ, ਮੈਂ ਤੇ ਸਿਰਫ ਬਾਹਰੀ ਤੌਰ ਤੇ ਤੌਹੀਨ ਕੀਤੀ ਹੈ। ਕਾਜ਼ੀ ਸਾਹਿਬ, ਤੁਸੀਂ ਕਿੱਥੋਂ ਬਖਸ਼ੇ ਜਾਓਗੇ? ਤੁਸੀਂ ਨਹੀਂ ਬਖਸ਼ੇ ਜਾ ਸਕਣਾ। ਸਭ ਤੋਂ ਵੱਡੀ ਤੌਹੀਨ ਤੇ ਤੁਸੀਂ ਕਰਦੇ ਹੋ। ਧਿਆਨ ਦੇਣਾ, ਜਿੰਨੇ ਲੋਕ ਸਨ ਨਾ, ਸਾਰੇ ਇਸੇ ਗੱਲੋਂ ਹੈਰਾਨ ਸਨ ਕਿ ਕਾਜ਼ੀ ਦੇ ਚੋਗਾ ਤੇ ਬਹੁਤ ਸੋਹਣਾ ਪਾਇਆ ਹੈ, ਲਫ਼ਜ਼ਾਂ ਵਿੱਚ ਬੜੀ ਮਿਠਾਸ ਹੈ, ਬਾਂਗ ਦਿੰਦਾ ਹੈ ਤੇ ਬੜੀ ਮਿੱਠੀ ਬਾਂਗ ਦੇ ਰਿਹਾ ਹੈ। ਹਰ ਬੰਦਾ ਬਾਹਰੀ ਤੌਰ ਤੇ ਪਹਿਰਾਵਾ ਵੇਖ ਕੇ ਭਰਮ ਖਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਅੱਲਾ ਦੇ ਦਰਗਾਹ ਦੇ ਵਿੱਚ ਆ ਚੋਲਾ ਨਹੀਂ ਜਾਣਾ। ਸਰੀਰ, ਚੋਲਾ, ਬੋਲ ਸਭ ਇੱਕ ਨਾ ਇੱਕ ਦਿਨ ਇਸ ਮਿੱਟੀ ਦੇ ਵਿੱਚ ਖਾ ਕੇ ਸਪੁਰਦ ਹੋ ਜਾਣਗੇ। ਜਾਏਗਾ ਕੀ? ਤੇਰੇ ਅਮਲ, ਤੇਰੇ ਕਰਮ, ਤੇਰੀ ਸ਼ੁਭ ਭਾਵਨਾ। ਬੇਨਤੀ ਕਰਾਂ, ਸਰੀਰ ਇੱਥੇ ਰਹਿਣਾ। ਜਿਹੜਾ ਸਾਡਾ ਸੂਖਸ਼ਮ ਸਰੀਰ ਆ, ਜਿਹੜਾ ਅਦ੍ਰਿਸ਼ਟ ਆ, ਜਿਹਨੂੰ ਅਸੀਂ ਆਤਮਾ ਕਹਿੰਦੇ ਆ, ਯਾਦ ਰੱਖੋ ਉਹਦੇ ਨਾਲ ਸਿਰਫ ਗੁਰੂ ਦਾ ਸ਼ਬਦ ਨਿਭਦਾ, ਹੋਰ ਕੁਝ ਨਹੀਂ। ਬਾਕੀ ਤੇ ਸਭ ਕੁਝ ਇੱਥੇ ਆ। ਕਹਿਣ ਲੱਗਾ, ਮੈਂ ਤੁਹਾਡੀ ਗੱਲ ਸਮਝ ਹੀ ਨਹੀਂ ਪਾ ਰਿਹਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮਹਾਰਾਜ ਕਹਿੰਦੇ ਸਰੀਰ ਮਸੀਤ ਵਿੱਚ ਹਾਜ਼ਰ ਆ, ਪਰ ਮਨ ਤੇ ਬੜੀ ਦੂਰ ਤੁਰਿਆ ਫਿਰਦਾ। ਵਿਚਾਰਾਂ ਤੇ ਕਾਜ਼ੀ ਸਾਹਿਬ ਇੱਥੇ ਨਹੀਂ, ਵਿਚਾਰਾਂ ਮਨ ਘਰੇ ਤੁਰਿਆ ਫਿਰਦਾ ਹੈ ਕਿ ਘਰ ਦੇ ਵਿੱਚ ਨਵ ਜਨਮੀ ਵਛੇਰੀ ਘੋੜੇ ਦਾ ਜਿਹੜਾ ਬੱਚਾ ਆ, ਉਹ ਕਿਤੇ ਖੂਹ 'ਚ ਨਾ ਡਿੱਗ ਪਏ। ਸੁਰਤ ਤੋਂ ਉੱਥੇ ਟਿਕੀ ਹੈ, ਰੱਬ ਦੇ ਚਰਨਾਂ ਦੀ ਗੱਲ ਕਿੱਥੋਂ ਕੀਤੀ ਜਾਏਗੀ? ਕਾਜ਼ੀ ਹੈਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਅੰਦਰ ਦੀਆਂ ਜਾਣਨ ਵਾਲੇ ਆ। ਚੁੱਪ ਹੋਇਆ, ਕਿਉਂਕਿ ਜਦੋਂ ਬੰਦੇ ਦੇ ਗੁਨਾਹ ਜਿਹੜੇ ਆ ਨਾ, ਬੰਦਾ ਇਹ ਸਮਝ ਲੈ ਵੀ ਆਹ ਬੰਦਾ ਮੇਰੇ ਗੁਨਾਹ ਜਾਣਦਾ ਆ, ਯਾਦ ਰੱਖੋ ਉੱਥੇ ਬੰਦਾ ਸੱਚੀ ਹੱਥ ਜੋੜਦਾ। ਨਵਾਬ ਦੌਲਤ ਖਾਨ ਕਹਿੰਦਾ, ਮੇਰੇ ਨਾਲ ਪੜ੍ਹ ਲੈਂਦੇ, ਮੈਂ ਤੇ ਇੱਥੇ ਮੌਜੂਦ ਸੀ,
ਹਜ਼ੂਰ ਕਹਿੰਦੇ ਆ ਕਾਜ਼ੀ ਸਾਹਿਬ ਤੇ ਸੁਲਤਾਨਪੁਰ ਹੀ ਸੀ ਅਜੇ, ਨਵਾਬ ਜੀ ਤੁਸੀਂ ਕਾਬਲ ਕੰਧਾਰ ਘੋੜੇ ਖਰੀਦਦੇ ਪਏ ਸੀ। ਜਿਹੜਾ ਫੁਰਨਾ ਆ ਨਾ ਜੀ, ਜਿਹੜੀ ਅੰਦਰ ਦੀ ਉਡਾਰੀ ਆ, ਇੱਕ ਅਰਦਾਸ ਫਿਰ ਮੈਂ ਬੇਨਤੀ ਕਰਦੇ ਆ, ਸਾਡੇ ਉਸਤਾਦ ਜੀ ਹਮੇਸ਼ਾ ਇੱਕ ਗੱਲ ਕਹਿੰਦੇ ਸਨ, ਅਰਦਾਸ ਕਰੋ ਸਾਡੇ ਫੁਰਨਿਆਂ ਨੂੰ ਪਰਮਾਤਮਾ ਨੇ ਢਕਿਆ ਹੋਇਆ ਆ। ਜੇ ਕਿਤੇ ਬੰਦੇ ਦੇ ਫੁਰਨੇ ਦਿਸਦੇ ਹੁੰਦੇ, ਜਨਮ ਦੇਣ ਵਾਲੀ ਮਾਂ ਵੀ ਬੰਦੇ ਤੇ ਵਿਸ਼ਵਾਸ ਨਾ ਕਰਦੀ, ਬੰਦਾ ਇੰਨਾ ਮੈਲਾ ਆ, ਗੁਣ ਹੀ ਭਰਿਆ ਮੈਂ ਫਿਰਾਂ, ਬੰਦਾ ਕਿਤੇ ਇੱਕ ਗੁਨਾਹ ਆ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਇੱਕ ਦਿਨ ਪੜ੍ਹਦੇ ਆ ਸੱਚੀ ਖਿਆਲ ਆਇਆ, ਖਿਮਾ ਕਰਿਓ ਗੁਨਾਹਗਾਰ ਤੇ ਹਰ ਬੰਦਾ ਆ ਜੀ। ਭਾਵੇਂ ਅਸੀਂ ਕਹਿੰਦੇ ਆ ਅਸੀਂ ਧਰਮ ਦੀਆਂ ਗੱਲਾਂ ਜ਼ਰੂਰ ਕਰਦੇ ਆ, ਪਰ ਬਖਸ਼ ਦਿਆ ਜੇ, ਸਤਿਗੁਰੂ ਦੇ ਘਰ ਬੈਠੇ ਆ, ਕੋਈ ਝੂਠ ਨਹੀਂ, ਸੱਚੀ ਹਰ ਬੰਦਾ ਗੁਨਾਹਗਾਰ ਆ। ਅਸੀਂ ਸ਼ਾਇਦ ਸਾਰਿਆਂ ਤੋਂ ਜ਼ਿਆਦਾ ਹੋਈ। ਜਦੋਂ ਬਾਣੀ ਪੜ੍ਹਦਾ ਨਾ ਬੰਦਾ, ਕਈ ਗੱਲਾਂ ਸਾਹਮਣੇ ਆਉਂਦੀਆਂ, ਇਹ ਹਮੇਸ਼ਾ ਯਾਦ ਰਹੇ, ਬੰਦਾ ਕਿੰਨੇ ਗੁਨਾਹ ਕਰ ਲੈ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਸ ਗੁਨਾਹ ਨੂੰ ਮੈਂ ਆਪਦੀ ਚਲਾਕੀ ਨਾਲ ਲੁਕੋ ਲਿਆ। ਬੰਦਾ ਇਹ ਕਰਦਾ ਨਾ ਵੀ ਇਹ ਪਰਦਾ ਕਰ ਲਿਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਜਾਂ ਪਤਾ ਨਹੀਂ ਲੱਗਿਆ। ਗੁਰੂ ਸਾਹਿਬ ਕਹਿੰਦੇ ਆ ਨਹੀਂ ਉਹ ਭੋਲਿਆ ਮਨਾ, ਅਜੇ ਤੱਕ ਤੇਰੇ ਗੁਨਾਹਾਂ ਨੂੰ ਢਕਿਆ, ਤੇ ਇਹ ਗੁਰੂ ਦੀ ਕਿਰਪਾ ਆ, ਗੁਰੂ ਦੀ ਰਹਿਮਤ ਆ, ਉਹਨੇ ਤੇਰੇ ਪਰਦੇ ਕੱਜੇ ਹੋਏ ਆ। ਦੋਵੇਂ ਬਚਨਾਂ ਨੂੰ ਪੜ੍ਹਿਓ। ਪਹਿਲੇ ਬਚਨ ਚ ਕਹਿੰਦੇ ਜਿਹੇ ਪ੍ਰਸਾਦ ਤੇਰਾ ਪਰਦਾ ਢੱਕ ਹੈ, ਜਿਹਦੀ ਕਿਰਪਾ ਦੇ ਨਾਲ ਤੇਰੇ ਪਰਦੇ ਕੱਜੇ ਹੋਏ ਆ, ਢਕੇ ਹੋਏ ਆ। ਇੱਕ ਥਾਂ ਕਹਿੰਦੇ ਆ ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਛਿਦਰ ਮੈਂ ਨਾ ਪਾਪ ਗੁਨਾਹ, ਸਾਰੇ ਗੁਨਾਹਾਂ ਨੂੰ ਢਕਿਆ ਹੋਇਆ, ਤੇ ਸਿਰਫ ਇਹ ਗੁਰੂ ਦਾ ਵੱਡਾ ਪਨ ਆ। ਉਹਦੀ ਰਹਿਮਤ ਤੋਂ ਬਿਨਾਂ ਬੰਦਾ ਕਹੇ ਵੀ ਮੈਂ ਆਪਣੇ ਗੁਨਾਹ ਖੁਦ ਲੁਕੋ ਲੈ, ਸਤਿਗੁਰੂ ਕਹਿੰਦੇ ਆ ਨਹੀਂ। ਹਾਂ, ਜਿਹੜੀ ਸੰਗਤ ਆ, ਜਿਹੜਾ ਗੁਰੂ ਦੇ ਚਰਨਾਂ 'ਚ ਬਹਿਣਾ ਆ, ਇਹ ਸਿਰਫ ਇਸੇ ਲਈ ਆ। ਸਤਿਗੁਰੂ ਦੀ ਬਾਣੀ ਦਾ ਬਚਨ ਪੜਿਓ, ਜੈਸਾ ਬਾਰਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਮਹਾਰਾਜ ਕਹਿੰਦੇ ਗੁਰੂ ਵਿੱਚ ਤੇ ਮਾਪਿਆਂ 'ਚ, ਪੇਰੈਂਟਸ 'ਚ ਕੋਈ ਫਰਕ ਨਹੀਂ ਹੈ। ਤੁਸੀਂ ਮਾਵਾਂ ਦੇ ਰੂਪ 'ਚ ਬੈਠੇ ਹੋ, ਵੇਖੋ ਬੱਚਾ ਕਿੰਨੇ ਗੁਨਾਹ ਕਰ ਲੈ, ਸਿਰਫ ਪਰਮਾਤਮਾ ਨੇ ਮਾਂ ਨੂੰ ਇਦਾਂ ਦਾ ਹਿਰਦਾ, ਬਾਪ ਨੂੰ ਇਦਾਂ ਦਾ ਹਿਰਦਾ ਦਿੱਤਾ ਆ। ਬੱਚਾ ਗੁਨਾਹ ਕਰਦਾ ਹੈ, ਮਾਂ ਝਿੜਕਦੀ ਵੀ ਆ, ਬਾਪ ਝਿੜਕਦਾ ਆ, ਕਦੀ ਥੱਪੜ ਵੀ ਮਾਰਦਾ ਆ, ਪਰ ਬੱਚੇ ਨੂੰ ਜਦੋਂ ਰੋਂਦਿਆਂ ਵੇਖਦਾ ਆ ਨਾ, ਉਹੀ ਮਾਂ ਜਿਹੜੀ ਮਾਰਦੀ ਆ, ਗੱਲ ਨਾ ਲਾ ਕੇ ਕਹਿੰਦੀ ਆ ਚੱਲ ਠੀਕ ਆ, ਅੱਗੇ ਤੋਂ ਨਾ ਕਰੀ ਏਦਾਂ ਦਾ, ਬਖਸ਼ ਦਿੱਤਾ। ਯਾਦ ਰੱਖੋ ਗੁਰੂ ਏਦਾਂ ਬਖਸ਼ਦਾ ਹੈ। ਮਾਂ ਤੇ ਬੇਸ਼ੱਕ ਜਣਾ ਦੇ ਅਜੇ ਵੀ ਤੈਨੂੰ ਪਹਿਲਾਂ ਵੀ ਬਖਸ਼ਿਆ ਸੀ, ਯਾਦ ਰੱਖੋ ਗੁਰੂ ਕਦੇ ਨਹੀਂ ਜਣਾਉਂਦਾ। ਅਸੀਂ ਵਾਰ-ਵਾਰ ਭੁੱਲਾਂ ਕਰਦੇ ਹਾਂ ਤੇ ਉਹ ਵਾਰ-ਵਾਰ ਸਾਨੂੰ ਬਖਸ਼ਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ, ਮਾਰਗ ਪਾਵੇ। ਮੈਨੂੰ ਇੱਕ ਇਤਿਹਾਸ ਦਾ ਹੋਰ ਬੋਲ ਯਾਦ ਆਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਛੋਟੇ ਸਨ। ਅੰਮ੍ਰਿਤਸਰ ਸਾਹਿਬ ਦਾ ਮਹਾਰਾਜ ਦਾ ਪ੍ਰਕਾਸ਼ ਆ, ਔਰ ਤੁਹਾਡੇ ਗਿਆਤ ਲਈ ਇਹ ਜ਼ਰੂਰ ਕਵਾਂ, ਜਦੋਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਜ਼ਾਰ ਆ, ਉਹਨੂੰ ਕਹਿੰਦੇ ਆ ਭਾਂਡਿਆਂ ਵਾਲਾ ਬਾਜ਼ਾਰ। ਥੋੜੀ ਜਿਹੀ ਵਿੱਥ ਤੇ ਸਥਾਨ ਆ ਗੁਰਦੁਆਰਾ ਗੁਰੂ ਕੇ ਮਹਿਲ। ਉਹਦੇ 'ਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ। ਇੱਕ, ਅਕਾਲ ਤਖਤ ਸਾਹਿਬ ਤੋਂ ਜਾਂਦਿਆਂ ਭਾਂਡਿਆਂ ਵਾਲੇ ਬਾਜ਼ਾਰ 'ਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਦੀ ਇੱਕ ਨਿੱਕੀ ਇੱਟ ਦੀ ਪਾਲਕੀ ਬਣੀ ਆ, ਬਹੁਤ ਵੱਡੀ।
महाराज उस पालकी ते अपना घोड़ा खड़ा कर दे ते नंगे पैरी चल के हरमंदर साहब आउंदे। वो पालकी अज भी उस तरह बाजार च मौजूद आ, सेफ आ। उस पालकी ते अज भी गुरु ग्रंथ साहब का प्रकाश हुंदा है। गुरुद्वारा गुरु के महल स्थान गुरु रामदास के चरणों की शोह, धन गुरु अर्जन देव साहब, गुरु हरगोबिंद साहब महाराज, धन गुरु तेग बहादुर साहब का प्रकाश है। उत्थे 5 कुछ साल दे महाराज गुरु तेग बहादुर अपने माता मां नानकी दी उंगल पकड़ के दरबार दे विच आउणा। अकाल तख्त साहिब जिहड़ा सामने उच्चा थड़ा दिसदा आ, वैसे इस थड़े नूं पौड़ियां चढ़दियां सन दोनों पासियों। पहला हाँ वक्त दी आगोश नाल ढह गईयां। महाराज उत्ते दीवान सजाउंदे, संगत मत्था टेक के आसे पासे बैठदी। गुरु हरगोबिंद साहब दे वड्डे पुत बाबा गुरदत्ता जी, बाबा सूरज मल, बाबा अणी राय, बाबा अटल राय सारे अपने बापू दे पिता दे नज़दीक बह जाते। पर गुरु तेग बहादुर महाराज मत्था टेकदे, अखां नीवियां करके महाराज दे सामने बह जाते। कीर्तन सुनना, विचार सुननी, समाप्ति होनी, फिर मां की उंगल पकड़ के सेवा करन चले जाना। संगत वेखदी सी ते संगत नूं महाराज वल्लों पहलां ये इशारा भी हो गया कि आउण वाले समय 'च एक दिन गुरु नानक साहिब की गद्दी दे दावेदार गुरु तेग बहादुर साहब जरूर बनणगे। संगत ने एक सवाल किया, गुरु हरगोबिंद साहब महाराज साहिबजादे तुहाडे बाकी भी आ, चारे पुत दूजे भी आउंदे आ, पर उन्हां दा आउणा, मत्था टेकना, बहना मुबारक आ, पर इस पुत्र वर्गा आउणा किसे दा नहीं। ये आउंदा इहदियां अखां नीवियां हुंदियां, तुहाडे चरनां ते मत्था टेकदा है, बह जांदा है। जिन्ना चिर दीवान चलदा है महाराज ये किसे वल अख चोके नहीं वेखदा, इन्ना टिकिया होया की गल है। गुरु हरगोबिंद साहब कहंदे इस गल दा जवाब मेरा पुत दे सकदा, मैं नहीं। गुरु तेग बहादुर महाराज जी नूं संगत दे विच गुरु हरगोबिंद साहब सददे आ। महाराज एक बोल किया, बेटा संगत दा सवाल है, तुसी आउंदे हो अखां नीवियां, बैठदे हो अखां नीवियां, की कारण है? अख चुके ना बापू वाल ना संगत वाल किसे वाल नहीं वेखदे। गुरु तेग बहादुर साहब ने जवाब पता की दिता, कहन लगे सच्चे पातशाह मैं गुनाहां नाल भरिया होया है, ते जेड़ा साडे गुनाह जानदा होवे उहदे वल अख चुक के कदे नहीं वेखिया जा सकता। याद रखो ये गुरु दी उडारी आ साडे वास्ते। भगत जी कहंदे आ जे इस गल दी समझ पै जाए, गुण ही भरिया मैं फिरां, बंदा गुनाहां दे नाल भरिया होया गुरु दे अगे अरदास बन जाए, सच्चे पातशाह तेरे तो बिना औगणा नूं, गुनाहां नूं, गलतियां नूं, भुल्लां नूं मुआफ करन वाला कोई नहीं, और तेरे चरनां 'च ही अरदास है। वेखो बंदा एक बारी माफ कर सकता है, 2 बारी मुआफ कर सकता है, सदा नहीं बंदा कह देगा। ले वार वार गलती थोड़ी होंदी है। संसार जिहड़ा ना जी असीं पढ़दे एक गल अक्सर मैं पढ़दा सी भी छोटे हुंदिआं बच्चे नूं पेंसिल दित्ती, पेंसिल दा लिखिया जिहड़ा वो मिट जांदा है, रेज हो जाता है। जदों वड्डे हो गए तो हत्थ विच पेंसिल की थां ते पेन दे दिता भी हुण तू जिम्मेवार आ, जो लिखना सोच के लिखी क्योंकि ये रेज नहीं होना, ये मिटना नहीं। संसार इदां दा आ, पर जिस मालक दे दर ते बैठे आ सच्चे पातशाह कहंदे गुनाह जिन्ने मर्जी होण, पर कदी एक बारी आके उहदे कोल तौबा कर, अगे तो बख्शण वाली गल दी अरदास कर,
ਗੁਰੂ ਇੱਕ ਵਾਰ ਇੱਕ ਜਨਮ ਦੋ ਜਨਮ ਦੇ ਨਹੀਂ। ਮਹਾਰਾਜ ਕਹਿੰਦੇ ਧਰਮ ਰਾਏ ਦਰ ਆਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਜ ਦੇ ਦਰ ਤੇ ਭਰੀਆਂ ਹੋਈਆਂ ਵਹੀ ਖਾਤੇ ਜਿਹੜੇ ਗੁਨਾਹਾਂ ਨਾਲ ਭਰੇ ਆ, ਗੁਰੂ ਦੀ ਇੱਕ ਨਜ਼ਰ ਦੇ ਨਾਲ ਉਹ ਵੀ ਕੱਟੇ ਜਾਂਦੇ ਆ। ਬਸ ਅੱਜ ਦਾ ਪੱਖ ਇੰਨਾ ਹੀ ਪ੍ਰਵਾਨ ਕਰਿਓ ਔਰ ਇਹ ਅਰਦਾਸ ਕਰਿਓ, ਮਹਾਰਾਜ ਜ਼ਿੰਦਗੀ ਗੁਨਾਹਾਂ ਨਾਲ ਭਰੀ ਹੋਈ ਹੈ, ਤੇਰੇ ਤੋਂ ਬਿਨਾਂ ਬਖਸ਼ਣ ਵਾਲਾ ਕੋਈ ਨਹੀਂ। ਪਾਤਸ਼ਾਹ ਕਿਰਪਾ ਕਰੇ। ਬਾਕੀ ਦੀਆਂ ਵਿਚਾਰਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਆਉਣ ਵਾਲੇ ਦੀਵਾਨਾਂ 'ਚ ਆਪਾਂ ਸਾਂਝੀਆਂ ਕਰਦੇ ਰਵਾਂਗੇ। ਆਉਣ ਵਾਲਾ ਸਮਾਂ ਬੜਾ ਹੀ ਸੁਹਾਵਣਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਪਿਆਰ ਵਾਲੇ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦੇ ਬੋਲਾਂ ਨੂੰ, ਜਿਨ੍ਹਾਂ ਨੂੰ ਸੁਣਨ ਲਈ ਸੱਚੀ ਦੁਨੀਆ ਤਰਸਦੀ ਹੈ। ਆਪ ਸੰਗਤ ਦੇ ਉਪਰਾਲੇ ਔਰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਅੱਜ ਆਪ ਸੰਗਤ ਨੂੰ ਨਿਹਾਲ ਕਰਨ ਆਏ ਹੈ। ਆਓ ਉਹਨਾਂ ਪਾਸੋਂ ਆਪਾਂ ਇਹਨਾਂ ਦੀਵਾਨਾਂ ਵਿੱਚ ਲਾਹਾ ਲੈਣਾ ਹੈ। ਬਹਿ ਕੇ ਸਤਿਗੁਰੂ ਦੇ ਚਰਨਾਂ ਦੀ ਉਸਤਤ ਨੂੰ ਸੁਣੀਏ, ਵਿਚਾਰਾਂ ਕਰਦਿਆਂ ਦਾਸ ਕੋਲੋਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗੀ ਸਿੰਘਾਂ ਦੇ ਵਾਜੇ ਸੀ, ਕਿੱਥੇ ਰਾਗੀ ਸਿੰਘਾਂ ਦੇ ਵਾਜੇ। हाँ बिठावांगे तुम पिछे ना